हर सिख जिहड़ा सिर दे उत्ते दस्तार सजाउंदा है ਉਹ ਤੱਕੜੀ ਨੂੰ ਇਹ ਕਹਿ ਕੇ ਵੋਟ ਪਾਉਂਦਾ ਕਿ ਬਾਬੇ ਨਾਨਕ ਦੀ ਤੱਕੜੀ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਗਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੋਲਿਆ ਗਿਆ ਤੇ ਫਿਰ ਉਹਨਾਂ ਨੂੰ ਡਿਫੈਂਡ ਕਰਨਾ, ਫਿਰ ਸੰਗਤਾਂ ਦੇ ਉੱਤੇ ਗੋਲੀਆਂ ਚਲਾਉਣੀਆਂ, ਸਿੰਘ ਸ਼ਹੀਦ ਕਰਨੇ। ਜੇ ਵਰਕਰ ਤੁਸੀਂ ਬਣਨਾ ਹੈ ਅਕਾਲੀ ਦਲ ਦਾ ਤਾਂ ਤੂੰ ਸ਼ਰਾਬ ਪੀਂਦਾ ਨਹੀਂ ਹੋਣਾ ਚਾਹੀਦਾ। ਪਰ ਇੱਕ ਪ੍ਰਧਾਨ ਇੱਕ ਸ਼ਰਾਬ ਵੇਚਣ ਵਾਲੀ ਕੰਪਨੀ ਰਾਜਸਥਾਨ ਲਿਕਵਿਡ ਉਹਦੇ ਕੋਲੋਂ 25 ਲੱਖ ਰੁਪਈਆ ਲੈ ਸਕਦਾ। ਸਿੱਖ ਰਹਿਤ ਮਰਿਆਦਾ ਦੇ ਵਿੱਚ ਅੰਕਿਤ ਹੈ ਕਿ ਕੁੜੀ ਮਾਰ ਨੜੀ ਮਾਰ ਦੇ ਨਾਲ ਵਰਤ ਵਰਤਾਰਾ ਨਹੀਂ ਕਰਨਾ। ਕੁੜੀ ਮਾਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਲਾਈ ਹੈ ਬੀਬੀ ਜੰਗੀਰ ਕੌਰ। ਪੰਥ ਕੂਕਣਾ, ਪਰ ਜਦੋਂ ਅੰਦਰ ਦੇ ਵਿੱਚ ਜਦੋਂ ਅਸੀਂ ਦੇਖੀਏ ਤੇ ਅੰਦਰ ਕੀ ਹੈ, ਅੰਦਰ ਖੋਖਲਾ ਸਾਰਾ ਕੁਝ। ਜਿਹਨਾਂ ਨੂੰ ਤੁਸੀਂ ਪੰਥ ਦੀ ਪਾਰਟੀ ਕਹਿੰਦੇ ਹੋ, ਜਿਹਨੂੰ ਤੁਸੀਂ ਮਾਂ ਪੁੱਤ ਦਾ ਰਿਸ਼ਤਾ ਆਪਣੇ ਸੰਬੋਧਨ ਦੇ ਵਿੱਚ ਕਰਦੇ ਹੋ, ਅੱਜ ਉਹ ਜਿਹੜਾ ਤੁਹਾਡਾ ਪੁੱਤ ਹੈ ਉਹ ਸ਼ਰਾਬ ਵਾਲੀਆਂ ਕੰਪਨੀਆਂ ਦੇ ਕੋਲੋਂ ਵੀ ਪੈਸੇ ਲੈਂਦਾ ਤਾਂ ਕਿ ਘਰ ਘਰ ਦੇ ਵਿੱਚ ਸ਼ਰਾਬ ਪਚਾਈ ਜਾਵੇ। ਜੋ ਸ਼ਰਾਬ ਹੈ ਤੇ ਜੋ ਤੰਬਾਕੂ ਦੀ ਆਪਾਂ ਗੱਲ ਕਰੀਏ, ਜੋ ਗਵਰਨਮੈਂਟ ਰੈਗੂਲੇਟ ਕਰਦੀ ਹੈ ਜਿਹੜੇ ਬਿਜ਼ਨਸ ਨੂੰ, ਅਗਰ ਉਸ ਨੂੰ ਇੱਕ ਬਿਜ਼ਨਸ ਨਜ਼ਰੀਏ ਤੋਂ ਦੇਖ ਕੇ ਅਗਰ ਉਸ ਤੋਂ ਚੋਣ ਫੰਡ ਲੈ ਵੀ ਲਿਆ ਤਾਂ ਇਸ 'ਚ ਕਿੰਨਾ ਕੁ ਵੱਡਾ ਗੁਨਾਹ ਤੁਸੀਂ ਕਹਿ ਸਕਦੇ ਹੋ ਕਿ ਸਿਆਸੀ ਨਜ਼ਰੀਏ ਤੋਂ ਆਪਾਂ ਜੇ ਗੱਲ ਕਰੀਏ। ਅਕਾਲੀ ਦਲ ਤੇ ਸ਼ਰਾਬ ਕਾਰੋਬਾਰੀਆਂ ਨੂੰ ਟਿਕਟਾਂ ਵੀ ਦਿੰਦਾ ਰਿਹਾ, ਉਹਨਾਂ ਨੂੰ MLA ਵੀ ਬਣਾਉਂਦਾ ਰਿਹਾ ਤੇ ਹੁਣ ਵੀ ਅੱਗੇ ਨੂੰ ਵੀ ਦੇਣਗੇ। ਉਹ ਤੁਹਾਨੂੰ ਲੱਗਦਾ ਹੈ ਕਿ ਜਥੇਦਾਰ ਅਕਾਲ ਤਖਤ ਕਾਰਜਕਾਰੀ ਜਥੇਦਾਰ ਨੇ ਭਾਵੇਂ ਉਹ ਲੱਗਦਾ ਹੈ ਕਿ ਤੁਹਾਡੀ ਇਸ ਗੱਲ ਦੇ ਉੱਤੇ ਗੌਰ ਫਰਮਾਉਣਗੇ, ਉਹ ਹੈਸੀਅਤ ਰੱਖਦੇ ਨੇ ਗੌਰ ਫਰਮਾਉਣ ਦੀ? ਕਾਈ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਤੁਹਾਡਾ ਹੋਸਟ ਨੀਲ ਭੁਲਿੰਦਰ ਸਿੰਘ। ਜੋ ਪੰਜਾਬ ਚੋਣਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ, ਤਿਉਂ ਜਿਹੜਾ ਹੈਗਾ ਚੋਣ ਗਤੀਵਿਧੀਆਂ ਵੀ ਸਿਆਸੀ ਪਾਰਟੀਆਂ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਇੱਕ ਦੂਜੇ ਤੇ ਕੁਦੋਸ਼ ਲਾਉਣੇ ਸ਼ੁਰੂ ਹੋ ਗਏ ਨੇ। ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਵੱਖ-ਵੱਖ ਰੂਪਾਂ 'ਚ ਸਾਹਮਣੇ ਆ ਰਹੀਆਂ ਨੇ। ਆਪਾਂ ਜੇਕਰ ਸ਼੍ਰੋਮਣੀ ਅਕਾਲੀ ਦਲ, ਜੋ ਕਿ ਆਪਾਂ ਇਹ ਵੀ ਮੰਨਦੇ ਹਾਂ ਕਿ ਪੂਰੇ ਭਾਰਤ ਦੇਸ਼ ਦੀ ਜਿਹੜੀ ਹੈਗੀ ਹੈ ਸੂਬਾਈ ਜਿਹੜੀ ਖੇਤਰੀ ਪਾਰਟੀਆਂ ਨੇ, ਉਹਨਾਂ 'ਚੋਂ ਸਭ ਤੋਂ ਪੁਰਾਣੀ ਤੇ ਵੱਡੀ ਪਾਰਟੀ ਵੀ ਕਹਿ ਸਕਦੇ ਹਾਂ ਮੰਨੀ ਜਾਂਦੀ ਹੈ, ਉਹਦੀ ਆਪਾਂ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕਈ ਪਾਸਿਆਂ ਤੋਂ ਇਸ ਵਕਤ ਅਟੈਕ ਹੋ ਰਹੇ ਨੇ। ਵੈਸੇ ਤਾਂ ਦਿੱਲੀ ਦੀ ਅਦਾਲਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ 2 ਵਿਧਾਨਾਂ ਦਾ ਮਾਮਲਾ ਪਹਿਲਾਂ ਹੀ ਵਿਚਾਰਧੀਨ ਹੈ, ਜਿਸ 'ਚ ਬਲਵੰਤ ਸਿੰਘ ਖੇੜਾ ਜੋ ਕਿ ਨਾਮਵਰ ਸਮਾਜ ਸੇਵਕ ਵੀ ਨੇ, ਤੇ ਉਹਨਾਂ ਨੇ ਇਹ ਕੇਸ ਪਾਇਆ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਾਂ ਫਿਰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਜਿਹੜੀ ਹੈ ਉਹ ਇਹ ਕਹਿ ਕੇ ਲੜਦੀ ਹੈ ਕਿ ਉਹ ਇੱਕ ਧਾਰਮਿਕ ਪਾਰਟੀ ਹੈ, ਧਾਰਮਿਕ ਦਲ ਹੈ ਉਹ। ਤੇ ਫਿਰ ਉਹ ਜਦੋਂ ਸਿਆਸੀ ਚੋਣਾਂ ਲੜਦੇ ਨੇ, ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਾਂ ਦੇਸ਼ ਦੇ ਲੋਕ ਸਭਾ ਦੀਆਂ ਚੋਣਾਂ, ਦਿੱਲੀ ਦੀ ਵਿਧਾਨ ਸਭਾ ਦੀਆਂ ਚੋਣਾਂ ਵੀ ਲੜੀਆਂ, ਹਰਿਆਣਾ ਦੀ ਵਿਧਾਨ ਸਭਾ ਦੀਆਂ ਚੋਣਾਂ ਵੀ ਲੜੀਆਂ, ਉੱਥੇ ਉਹ ਇਹ ਕਹਿੰਦੇ ਨੇ ਕਿ ਅਸੀਂ ਸਿਆਸੀ ਧਿਰਾਂ, ਜਿਵੇਂ ਕਿ ਚੋਣ ਕਮਿਸ਼ਨ ਦੇ ਵਿੱਚ ਸੰਵਿਧਾਨ ਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੀ ਹੈ ਨਿਊਟਰਲ ਜਿਹੜੀ ਹੋਣੀ ਚਾਹੀਦੀ ਹੈ ਧਿਰ, ਜਿਹੜੀ ਸਿਆਸੀ ਪਾਰਟੀ ਵਜੋਂ ਮਾਨਤਾ ਲੈਂਦੀ ਹੈ। ਇਹ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਕੁੜੀਕੀ 'ਚ ਫਸਿਆ ਹੋਇਆ ਦਿੱਲੀ ਅਦਾਲਤ ਦੇ ਵਿੱਚ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਬਰਗਾੜੀ ਦੀ ਜਿਹੜਾ ਬੇਅਦਬੀ ਦਾ ਮਾਮਲਾ, ਉਹ ਜਿਹੜਾ ਇਸ ਪਾਰਟੀ ਦੇ 2 ਵਾਰ ਦੇ ਕਾਰਜਕਾਲ ਦੇ ਦੌਰਾਨ ਜੋ ਕੁਝ ਵਾਪਰਿਆ, 2 ਵਾਰ ਦਾ ਮਜ਼ਬੂਤ ਕਾਰਜਕਾਲ ਦੇਣ ਤੋਂ ਬਾਅਦ, ਮਜ਼ਬੂਤ ਸਰਕਾਰ ਦੇਣ ਤੋਂ ਬਾਅਦ ਇਸ ਪਾਰਟੀ ਦੀ ਹਾਲਤ ਪਿਛਲੀਆਂ ਵਿਧਾਨ ਸਭਾ 2017 ਦੀਆਂ ਚੋਣਾਂ ਦੇ ਵਿੱਚ ਬਹੁਤ ਮਾੜੀ ਹੋ ਗਈ ਤੇ ਉਸ ਤੋਂ ਬਾਅਦ ਲਗਾਤਾਰ ਗਿਰਾਵਟ ਵੱਲ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਆਪਣਾ ਹੀ ਪਾਰਟੀ ਦਾ ਜੋ ਇੱਕ ਪੋਰਟਫੋਲੀਓ ਕਹਿ ਲਓ ਜਾਂ ਪਾਰਟੀ ਦਾ ਪ੍ਰੋਫਾਈਲ ਕਹਿ ਲਓ ਜਾਂ ਪਾਰਟੀ ਦਾ ਆਪਣਾ ਹੀ ਇੱਕ ਵਿਧਾਨ ਤੰਤਰ ਕਹਿ ਲਓ ਕਿ ਉਹੀ ਪਾਰਟੀ ਲਈ ਜਿਹੜਾ ਹੈਗਾ ਅੱਗੇ ਹੁਣ ਅੜਿੱਕੇ ਪੈਦਾ ਕਰ ਰਿਹਾ ਹੈ। ਇੱਕ ਪਾਸੇ ਧਾਰਮਿਕ ਹੋਣ ਦਾ ਦਮ ਭਰਨਾ, ਦੂਜੇ ਪਾਸੇ ਸਿਆਸੀ ਹੋਣ ਦਾ ਦਮ ਭਰਨਾ। ਅਜਿਹੇ 'ਚ ਇੱਕ ਹੋਰ ਦਸਤਾਵੇਜ਼ੀ ਸਬੂਤ ਜਿਹੜੇ ਐਸੇ ਸਾਹਮਣੇ ਆਏ ਨੇ ਜੋ ਕਿ ਪਾਰਟੀ ਨੂੰ ਹੁਣ ਚੋਣ ਵਰ੍ਹੇ ਦੇ ਵਿੱਚ ਕਾਫੀ ਮਹਿੰਗੇ ਸਾਬਤ ਹੋ ਸਕਦੇ ਨੇ। ਪਾਰਟੀ ਦੇ ਉੱਤੇ ਦੋਸ਼ ਲੱਗਾ ਹੈ ਕਿ ਇਸ ਆਪਣੇ ਆਪ ਨੂੰ ਪੰਥਕ ਪਾਰਟੀ ਕਹਾਉਣ ਵਾਲੀ ਪਾਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਲਗਾਤਾਰ ਕਿੰਨੇ ਸਾਲਾਂ ਤੋਂ ਕਾਬਜ਼ ਪਾਰਟੀ ਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਵੀ ਪੂਰਾ ਦਮ ਰੱਖਦੀ ਪਾਰਟੀ ਜਿਹੜੀ ਹੈ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਜਿਸ ਦੇ ਉੱਤੇ ਜ਼ਿੰਮਾ ਹੈ ਤੇ ਆਪਣੇ ਆਪ ਨੂੰ ਲਗਾਤਾਰ, ਹਾਲਾਂਕਿ ਅਕਾਲੀ ਦਲ ਨੇ ਪਿੱਛੇ ਜੇ ਆਪਣਾ ਸਿਸਟਮ ਥੋੜ੍ਹਾ ਜਿਹਾ ਬਦਲਣ ਦੀ ਕੋਸ਼ਿਸ਼ ਕੀਤੀ ਸੀ, ਆਪਣੀ ਦਿੱਖ ਜਿਹੜੀ ਹੈਗੀ ਹੈ ਬਦਲਣ ਦੀ ਕੋਸ਼ਿਸ਼ ਕੀਤੀ ਸੀ ਕਿ ਅਸੀਂ ਨਿਰੋਲ ਹੁਣ ਸਿਆਸੀ ਹਾਂ, ਅਸੀਂ ਪੰਥਕ ਨਹੀਂ ਹੈਗੇ। ਪਰ ਪੰਥਕ ਜਿਹੜੀ ਸਟੈਂਪ ਹੈ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਬਹੁਤ ਗੂੜੀ ਲੱਗੀ ਹੋਈ ਹੈ। ਪਰ ਇਹ ਜੋ ਹੁਣ ਨਵੀਂ ਰਾਈਟ ਟੂ ਇਨਫੋਰਮੇਸ਼ਨ ਦੇ ਜਰੀਏ, RTI ਦੇ ਜਰੀਏ ਚੀਜ਼ਾਂ ਸਾਹਮਣੇ ਆਈਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਾਲ ਦੇ ਵਿੱਚ ਹੀ ਤੰਬਾਕੂ ਵੇਚਣ ਬਣਾਉਣ ਵਾਲੀ ਕੰਪਨੀ ਤੇ ਸ਼ਰਾਬ
ਵਾਲੀ ਕੰਪਨੀ ਜਿਹੜੀ ਬਣਾਉਣ ਵਾਲੀ ਕੰਪਨੀ ਹੈ, ਵੇਚਣ ਵਾਲੀ ਕੰਪਨੀ ਹੈ, ਉਸ ਤੋਂ ਚੋਣ ਫੰਡ ਲਿਆ ਹੈ। ਮੇਰੇ ਨਾਲ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਬਣੇ ਹੋਏ ਨੇ, ਜੋ ਕਿ ਆਮ ਆਦਮੀ ਪਾਰਟੀ ਦੇ ਆਗੂ ਨੇ। ਇਸ ਤੋਂ ਪਹਿਲਾਂ ਉਹ ਫਤਿਹਗੜ੍ਹ ਸਾਹਿਬ ਤੋਂ ਇਲੈਕਸ਼ਨ ਲੜ ਚੁੱਕੇ ਨੇ ਲੋਕ ਸਭਾ ਦੀ। ਗਿਆਸਪੁਰਾ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਗਿਆਸਪੁਰਾ ਸਾਹਿਬ, ਇੱਕ ਵੱਡੀ ਪ੍ਰੈਸ ਕਾਨਫਰੰਸ ਹੁਣੇ ਕਰਕੇ ਆਏ ਨੇ ਆਪਣੇ ਪਾਰਟੀ ਦੇ ਆਫਿਸ 'ਚੋਂ, ਆਮ ਆਦਮੀ ਪਾਰਟੀ ਦੇ ਆਫਿਸ 'ਚੋਂ, ਤੇ ਅਸੀਂ ਪਹਿਲਾਂ ਤਾਂ ਸ਼ੁਕਰੀਆ ਕਰਦੇ ਹਾਂ ਜੀ, ਤੁਸੀਂ ਸਾਡੇ ਸਟੂਡੀਓ 'ਚ ਆ ਕੇ ਸਾਡੇ ਲਈ ਟਾਈਮ ਕੱਢਿਆ। ਕੀ ਤੁਹਾਡਾ ਮਜ਼ਮੂਨ ਰਿਹਾ ਜੀ ਅੱਜ ਦੀ ਪ੍ਰੈਸ ਕਾਨਫਰੰਸ ਦਾ? ਦੇਖੋ, ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ 1920 ਦੇ ਵਿੱਚ ਬਣਿਆ, ਦਸੰਬਰ 1920, ਬਿਲਕੁਲ, ਔਰ ਇਹਦਾ ਇਤਿਹਾਸ ਰਿਹਾ। ਮਾਸਟਰ ਤਾਰਾ ਸਿੰਘ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਦੇ ਰਹੇ ਆ, ਉਹਨਾਂ ਦਾ ਇੱਕੋ ਹੀ ਸਿਧਾਂਤ ਰਿਹਾ, ਪੰਥ ਵਸੇ ਮੈਂ ਉਜੜਾ। ਬਿਲਕੁਲ। ਔਰ ਤੁਸੀਂ ਦੇਖੋ ਕਿ ਗੁਰਦੁਆਰਾ ਸੁਧਾਰ ਲਹਿਰ ਜਿਸ ਤਰੀਕੇ ਦੇ ਨਾਲ ਮਹੰਤਾਂ ਦੇ ਚੁੰਗਲ ਦੇ ਵਿੱਚੋਂ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਾਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਔਰ ਉਹਦੇ ਵਿੱਚ ਸਾਡੇ ਅਨੇਕਾਂ ਵੀਰ ਜਿਹੜੇ ਹੈਗੇ ਆ ਉਹ ਸ਼ਹੀਦੀਆਂ ਦਾ ਜਾਮ ਵੀ ਪੀਤੇ। ਬਿਲਕੁਲ। ਔਰ ਉਦੋਂ ਮਹਾਤਮਾ ਗਾਂਧੀ ਨੇ ਇੱਕ ਗੱਲ ਕਹੀ ਸੀ, ਜਦੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਇਆ, ਚਾਬੀਆਂ ਦਾ ਮੋਰਚਾ ਜਿੱਤਿਆ, ਕਿ ਆਜ਼ਾਦੀ ਦੀ ਪਹਿਲੀ ਜੰਗ ਜਿੱਤੀ ਗਈ ਹੈ। ਔਰ ਉੱਥੋਂ ਚੱਲਦਾ ਚੱਲਦਾ ਜਿਹੜਾ ਇਤਿਹਾਸ ਹੈ ਸ਼੍ਰੋਮਣੀ ਅਕਾਲੀ ਦਲ ਦਾ, ਇੱਕ ਸ਼ਾਨਾ ਮੱਤਾ ਇਤਿਹਾਸ ਹੈ। ਹਰ ਸਿੱਖ ਜਿਹੜਾ ਸਿਰ ਦੇ ਉੱਤੇ ਦਸਤਾਰ ਸਜਾਉਂਦਾ ਹੈ, ਉਹ ਤੱਕੜੀ ਨੂੰ ਇਹ ਕਹਿ ਕੇ ਵੋਟ ਪਾਉਂਦਾ ਕਿ ਬਾਬੇ ਨਾਨਕ ਦੀ ਤੱਕੜੀ। ਪਰ ਅੱਜ ਤੁਸੀਂ ਦੇਖ ਲਓ ਕਿ ਸ਼੍ਰੋਮਣੀ ਅਕਾਲੀ ਦਲ ਦਾ 1920 ਤੋਂ ਲੈ ਕੇ ਅੱਜ 100 ਸਾਲਾਂ ਦਾ ਇਤਿਹਾਸ ਨੂੰ ਜੇ ਅੱਜ ਝਾਤੀ ਮਾਰੀਏ ਜੀ, ਅੱਜ ਇੰਨੇ ਗਿਰਾਵਟ ਦੇ ਵਿੱਚ ਆ ਗਿਆ, ਇੰਨੀ ਧਰਾਤਲ ਥੱਲੇ ਤੱਕ ਚਲਾ ਗਿਆ। ਕਬੀਰ ਸਾਹਿਬ ਇਹਦੇ ਲਈ ਫਰਮਾਨ ਕਰਦੇ ਆ, ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਮੈਂ ਸਮਝਦਾ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਗਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੋਲਿਆ ਗਿਆ, ਤੇ ਫਿਰ ਉਹਨਾਂ ਨੂੰ ਡਿਫੈਂਡ ਕਰਨਾ, ਫਿਰ ਸੰਗਤਾਂ ਦੇ ਉੱਤੇ ਗੋਲੀਆਂ ਚਲਾਉਣੀਆਂ, ਸਿੰਘ ਸ਼ਹੀਦ ਕਰਨੇ, ਇਹ ਸਾਰਾ ਕੁਝ ਉਸੇ ਜਿਹੜਾ ਹੈਗਾ ਸੰਦਰਭ ਦੇ ਵਿੱਚ ਦੇਖਿਆ ਜਾ ਸਕਦਾ ਜੋ ਕਬੀਰ ਸਾਹਿਬ ਨੇ ਕਿਹਾ। ਔਰ ਤੁਸੀਂ ਦੇਖੋ ਕਿ ਇਹ ਸਾਡੇ ਕੋਲ ਸ਼੍ਰੋਮਣੀ ਅਕਾਲੀ ਦਲ ਦਾ ਕਨਸਟੀਟਿਊਸ਼ਨ ਆ, ਸੰਵਿਧਾਨ ਪਾਰਟੀ ਦਾ ਜੀ, ਜਿਹੜਾ ਚੈਲੰਜ ਹੋਇਆ, ਜਿਹਦੇ ਵਿੱਚ ਲਿਖਿਆ ਹੋਇਆ ਕਿ ਇਹਦਾ ਜਿਹੜਾ ਮੈਂਬਰ ਹੈ, ਅਕਾਲੀ ਦਲ ਦਾ ਮੈਂਬਰ ਹੈ, ਉਹ ਸ਼ਰਾਬ ਨਹੀਂ ਪੀ ਸਕਦਾ। ਡੂ ਨਾਟ ਡਰਿੰਕ ਲਿਕਰ, ਤੁਸੀਂ ਦੇਖ ਸਕਦੇ ਹੋ। ਜੀ ਬਿਲਕੁਲ ਜੀ ਜੀ ਜੀ। ਔਰ ਇੱਕ ਜਿਹੜਾ ਹੈਗਾ ਵਰਕਰ, ਜੇ ਵਰਕਰ ਤੁਸੀਂ ਬਣਨਾ ਹੈ ਅਕਾਲੀ ਦਲ ਦਾ, ਤਾਂ ਤੂੰ ਸ਼ਰਾਬ ਪੀਂਦਾ ਨਹੀਂ ਹੋਣਾ ਚਾਹੀਦਾ। ਪਰ ਇੱਕ ਪ੍ਰਧਾਨ ਇੱਕ ਸ਼ਰਾਬ ਵੇਚਣ ਵਾਲੀ ਕੰਪਨੀ ਰਾਜਸਥਾਨ ਲਿਕਵਿਡ ਜੀ, ਉਹਦੇ ਕੋਲੋਂ 25 ਲੱਖ ਰੁਪਈਆ ਲੈ ਸਕਦਾ। 25 ਲੱਖ ਰੁਪਈਆ ਕਿਹੜੀ ਤਰੀਕ ਨੂੰ ਲਿੱਤਾ ਜੀ? ਇਹ ਜਿਹੜੀ ਹੈਗੀ ਆ 7 ਅਕਤੂਬਰ 2020। ਜੀ, 25 ਲੱਖ ਰੁਪਈਆ ਜਿਹੜਾ ਹੈਗਾ ਸ਼ਰਾਬ ਵੇਚਣ ਵਾਲੀ ਕੰਪਨੀ ਤੋਂ ਲੈ ਸਕਦਾ, ਪਰ ਇੱਕ ਸ਼ਰਾਬ ਪੀਣ ਵਾਲਾ ਅਕਾਲੀ ਦਲ ਦਾ ਮੈਂਬਰ ਨਹੀਂ ਬਣ ਸਕਦਾ। ਦੂਜੀ ਗੱਲ, ਸਾਡੀ ਜਿਹੜੀ ਹੈਗੀ ਆ ਰਹਿਤ ਮਰਿਆਦਾ, ਸਿੱਖ ਰਹਿਤ ਮਰਿਆਦਾ, ਸਿੱਖ ਰਹਿਤ ਮਰਿਆਦਾ ਦੇ ਵਿੱਚ ਅੰਕਿਤ ਹੈ ਕਿ ਕੁੜੀ ਮਾਰ ਨੜੀ ਮਾਰ ਦੇ ਨਾਲ ਵਰਤ ਵਰਤਾਰਾ ਨਹੀਂ ਕਰਨਾ ਜੀ। ਕੁੜੀ ਮਾਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਲਾਈ ਹੈ ਬੀਬੀ ਜੰਗੀਰ ਕੌਰ ਜੀ ਜੀ। ਔਰ ਦੂਜੇ ਨੰਬਰ ਤੇ ਨੜੀ ਮਾਰ ਦੀ ਗੱਲ ਆਈ ਹੈ ਕਿ ਜਿਹੜੇ ਸਿਗਰਟਾਂ ਪੀਂਦੇ ਆ, ਔਰ ਡਾਇਰੈਕਟਲੀ ਇੱਕ ਜਿਹੜਾ ਸਿਗਰਟਾਂ ਪੀਂਦਾ ਹੈ ਉਹਦੇ ਨਾਲ ਵਰਤ ਵਰਤਾਰਾ ਨਹੀਂ ਕਰਨਾ, ਪਰ ITC ਇੰਡੀਅਨ ਤੰਬਾਕੂ ਕੰਪਨੀ ਉਹਦੇ ਕੋਲੋਂ 15 ਲੱਖ ਰੁਪਈਆ ਪ੍ਰਧਾਨ ਲੈ ਸਕਦਾ ਜੀ। ਅੱਜ ਅਸੀਂ ਇਸ ਪੁਆਇੰਟ ਤੇ ਆ। ਇਹ ਜਿਹੜੇ ਹੈਗੇ ਆ, ਇਹ 2019 ਦਾ ਹੈਗਾ, ਜਿਹੜੀ RTI 23 ਅਪ੍ਰੈਲ 2019 ਜੀ। ਔਰ ਤੁਸੀਂ ਇਹ ਦੇਖ ਲਓ ਕਿ ਅੱਜ ਅਕਾਲੀ ਦਲ, ਇਹਨੂੰ ਅਕਾਲੀ ਦਲ ਨਹੀਂ ਕਹਿ ਸਕਦੇ। ਦੇਖੋ, ਸਾਨੂੰ ਕੋਈ ਇਤਰਾਜ਼ ਨਹੀਂ ਕਿ ਅਕਾਲੀ ਦਲ ਨਾ ਹੋਵੇ, ਬਾਦਲੈਂਡ ਪਾਰਟੀ ਹੋਵੇ, ਇਹ ਚਾਹੇ ITC ਤੋਂ ਲਵੇ, ਚਾਹੇ ਰਾਜਸਥਾਨ ਲਿਕਵਿਡ ਤੋਂ ਲਵੇ, XYZ ਜਿਹਦੇ ਤੋਂ ਮਰਜ਼ੀ ਲਵੇ, ਸਾਨੂੰ ਕੋਈ ਇਤਰਾਜ਼ ਨਹੀਂ, ਕੋਈ ਉਜ਼ਰ ਨਹੀਂ। ਪ੍ਰੋਬਲਮ ਉੱਥੇ ਆਉਂਦੀ ਹੈ ਜਦੋਂ ਆਪਣੇ ਆਪ ਤੇ ਮਖੌਟਾ ਪੰਥ ਦਾ, ਪੰਥ ਕੂਕਣਾ, ਪਰ ਜਦੋਂ ਅੰਦਰ ਦੇ ਵਿੱਚ ਜਦੋਂ ਅਸੀਂ ਦੇਖੀਏ ਤੇ ਅੰਦਰ ਕੀ ਹੈ, ਅੰਦਰ ਖੋਖਲਾ ਸਾਰਾ ਕੁਝ। ਔਰ ਅੱਜ ਇਸ ਗੱਲ ਦਾ ਜਥੇਦਾਰ ਸਾਹਿਬ ਨੂੰ ਵੀ ਅਸੀਂ ਅੱਜ ਲੈਟਰ ਲਿਖੀ ਹੈ, ਅਕਾਲ ਤਖਤ ਦੇ ਜਥੇਦਾਰ ਨੂੰ, ਕਿ ਜਿਨ੍ਹਾਂ ਨੂੰ ਤੁਸੀਂ ਪੰਥ ਦੀ ਪਾਰਟੀ ਕਹਿੰਦੇ ਹੋ, ਜਿਹਨੂੰ ਤੁਸੀਂ ਮਾਂ ਪੁੱਤ ਦਾ ਰਿਸ਼ਤਾ ਆਪਣੇ ਸੰਬੋਧਨ ਦੇ ਵਿੱਚ ਕਰਦੇ ਹੋ, ਅੱਜ ਉਹ ਜਿਹੜਾ ਤੁਹਾਡਾ ਪੁੱਤ ਹੈ ਉਹ ਸ਼ਰਾਬ ਵਾਲੀਆਂ ਕੰਪਨੀਆਂ ਦੇ ਕੋਲੋਂ ਵੀ ਪੈਸੇ ਲੈਂਦਾ ਤਾਂ ਕਿ ਘਰ ਘਰ ਦੇ ਵਿੱਚ ਸ਼ਰਾਬ ਪਚਾਈ ਜਾਵੇ। ਉਹ ਤੰਬਾਕੂ ਵੇਚਣ ਵਾਲੀਆਂ ਕੰਪਨੀਆਂ, ਜਿਨ੍ਹਾਂ ਦੀਆਂ ਕਿ
ਤਰ੍ਹਾਂ ਤਰ੍ਹਾਂ ਦੀਆਂ ਡੱਬੀਆਂ 골ਡ ਫਲੈਕ ਵਗੈਰਾ ਦੀਆਂ ਜਿਹੜੀਆਂ ਹੈਗੀਆਂ ਸਿਗਰਟਾਂ ਦੀਆਂ ਆਉਂਦੀਆਂ ਨੇ, ਉਹਨਾਂ ਦੇ ਕੋਲੋਂ ਵੀ ਪੈਸਾ ਲੈਂਦਾ ਤਾਂ ਕਿ ਘਰ ਘਰ ਦੇ ਵਿੱਚ ਸਾਡੇ ਪੰਜਾਬੀ ਨੌਜਵਾਨਾਂ ਨੂੰ, ਸਾਡੇ ਸਿੱਖ ਨੌਜਵਾਨਾਂ ਨੂੰ ਉਹ ਜਿਹੜਾ ਹੈਗਾ ਸਿਗਰਟਾਂ ਪੀਣ ਤੇ ਲਾਇਆ ਜਾਵੇ। ਅਸੀਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਤੋਂ ਮੰਗ ਕੀਤੀ ਹੈ ਕਿ ਅਕਾਲੀ ਦਲ ਜਿਹੜਾ ਹੈਗਾ ਇਹਦਾ ਪ੍ਰਧਾਨ ਸੁਖਬੀਰ ਬਾਦਲ ਤੁਰੰਤ ਇਹਨੂੰ ਹਟਾ ਕੇ ਇਹਦੇ ਨਾਲ ਰੋਟੀ ਬੇਟੀ ਦੀ ਸਾਂਝ ਜਿਹੜੀ ਹੈਗੀ ਆ ਪੂਰੇ ਪੰਥ ਨੂੰ ਜਿਹੜੀ ਛੱਡ ਦੇਣੀ ਚਾਹੀਦੀ ਹੈ ਔਰ ਤੁਹਾਨੂੰ ਹੁਕਮਨਾਮਾ ਜਾਰੀ ਕਰਨਾ ਚਾਹੀਦਾ ਕਿ ਇਦਾਂ ਦੇ ਬੰਦੇ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖੀ ਜਾਵੇ ਤੇ ਇਹਨੂੰ ਪੰਥ ਤੋਂ ਛਿੱਕਿਆ ਜਾਵੇ। ਜੀ ਗਿਆਸਪੁਰਾ ਸਾਹਿਬ, ਆਪਾਂ ਜੇਕਰ ਦੂਜੇ ਨਜ਼ਰੀਏ ਤੋਂ ਗੱਲ ਕਰੀਏ, ਸਿੱਖ ਰਹਿਤ ਮਰਿਆਦਾ ਤਾਂ ਆਪਣੀ ਥਾਂ ਤੇ ਹੈ, ਉਸ ਦਾ ਕੋਈ ਜਿਹੜਾ ਉਸ ਤੇ ਕੋਈ ਕਿੰਤੂ ਪਰੰਤੂ ਨਹੀਂ ਹੈ, ਪਰ ਸਿਆਸੀ ਲੜਾਈ ਹੈ ਇਹ। ਸਿਆਸੀ ਦਲ ਨੇ, ਸਰਕਾਰਾਂ ਬਣਦੀਆਂ ਨੇ, ਸਰਕਾਰਾਂ ਡਿੱਗਦੀਆਂ ਨੇ, ਵਿਰੋਧੀ ਧਿਰ 'ਚ ਲੋਕ ਬਹਿੰਦੇ ਨੇ, ਤਾਂ ਕੇਂਦਰ ਦੇ ਵਿੱਚ ਵੀ ਸਾਰਾ ਕੁਝ ਚੱਲਦਾ ਹੈ, ਮੰਤਰੀ ਬਣਦੇ ਨੇ, ਸਮੇਂ ਸਿਰ ਅਸਤੀਫੇ ਦੇ ਕੇ ਵੀ ਆ ਜਾਂਦੇ ਨੇ, ਸਾਰਾ ਮਤਲਬ ਕਿ ਸਿਆਸੀ ਰੌਲ ਘਚੋਲਾ ਇਹ। ਇਹਦੇ 'ਚ ਜਦੋਂ ਜੋ ਸ਼ਰਾਬ ਹੈ ਤੇ ਜੋ ਤੰਬਾਕੂ ਦੀ ਆਪਾਂ ਗੱਲ ਕਰੀਏ, ਜੋ ਗਵਰਨਮੈਂਟ ਰੈਗੂਲੇਟ ਕਰਦੀ ਹੈ ਜਿਹੜੇ ਬਿਜ਼ਨਸ ਨੂੰ, ਅਗਰ ਉਸ ਨੂੰ ਇੱਕ ਬਿਜ਼ਨਸ ਨਜ਼ਰੀਏ ਤੋਂ ਦੇਖ ਕੇ ਅਗਰ ਉਸ ਤੋਂ ਚੋਣ ਫੰਡ ਲੈ ਵੀ ਲਿਆ ਤਾਂ ਇਸ 'ਚ ਕਿੰਨਾ ਕੁ ਵੱਡਾ ਗੁਨਾਹ ਤੁਸੀਂ ਕਹਿ ਸਕਦੇ ਹੋ ਕਿ ਸਿਆਸੀ ਨਜ਼ਰੀਏ ਤੋਂ ਆਪਾਂ ਜੇ ਗੱਲ ਕਰੀਏ? ਦੇਖੋ, ਜੇ ਤਾਂ ਨਰੋਲ ਜਿਹੜੀ ਹੈਗੀ ਆ ਸਿਆਸੀ ਗੱਲ ਜੀ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਸਾਡੀ ਪੰਥਕ ਪਾਰਟੀ ਹੈ ਜੀ, ਪਰ ਅਕਾਲੀ ਦਲ ਤਾਂ ਖਹਿੜਾ ਛਡਾ ਰਿਹਾ ਨਾ ਪੰਥਕ ਆਪਣੇ। ਨਹੀਂ, ਹੁਣ ਜੇ ਅਕਾਲੀ ਦਲ ਖਹਿੜਾ ਛਡਾ ਰਿਹਾ ਤੇ ਫਿਰ ਅੱਜ ਜਿਹੜਾ ਹੈਗਾ ਦਿੱਲੀ ਦੇ ਵਿੱਚ ਜਿਹੜੀਆਂ ਚੋਣਾਂ ਦੇ ਵਿੱਚ ਉੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਭਾਗ ਲੈ ਰਿਹਾ ਕਿ ਅਸੀਂ ਪੰਥਕ ਪਾਰਟੀ ਹਾਂ। ਜੀ, ਸਾਡੀ ਜਿਹੜੀ ਪਾਰਟੀ ਹੈ ਉੱਥੇ ਤਾਂ ਇਹ ਕਹਿ ਕੇ ਲੈ ਰਿਹਾ ਨਾ, ਕਿਉਂਕਿ ਇਹਦੇ ਜਿਹੜੇ ਹੈਗੇ ਆ ਸੰਵਿਧਾਨ ਆਪਣੇ ਦੋ ਬਣਾਏ ਹੋਏ ਆ ਔਰ ਜਿਹੜੇ ਹੈਗੇ ਆ ਡਿਊਲ ਸੰਵਿਧਾਨ, ਇਹ ਧੋਖਾ ਦੇ ਰਹੇ ਆ, ਇਹ ਪੰਥ ਨੂੰ ਵੀ ਧੋਖਾ ਦੇ ਰਹੇ ਆ, ਆਪਣੇ ਆਪ ਨੂੰ ਵੀ ਧੋਖਾ ਦੇ ਰਹੇ ਆ, ਇਹ ਕੋਰਟਾਂ ਨੂੰ ਵੀ ਧੋਖਾ ਦੇ ਰਹੇ ਆ। ਅਸੀਂ ਤਾਂ ਕਹਿੰਦੇ ਆ ਕਿ ਤੁਸੀਂ ਕਲੀਅਰ ਕਰੋ, ਤੁਸੀਂ ਇਸ ਨੂੰ ਅਕਾਲੀ ਦਲ ਛੱਡ ਕੇ ਇਹਨੂੰ ਬਾਦਲ ਐਂਡ ਪਾਰਟੀ ਰੱਖ ਦਿਓ। ਫਿਰ ਤੁਸੀਂ ਚਾਹੇ ਤੰਬਾਕੂ ਕੰਪਨੀ ਤੋਂ ਲਈ ਜਾਇਓ, ਚਾਹੇ ਤੁਸੀਂ ਸ਼ਰਾਬ ਕੰਪਨੀ ਤੋਂ ਲਈ ਜਾਇਓ। ਗਿਆਸਪੁਰਾ ਨੂੰ ਕੀ ਪ੍ਰੋਬਲਮ ਹੈ? ਕਿਸੇ ਨੂੰ ਕੋਈ ਪ੍ਰੋਬਲਮ ਨਹੀਂ, ਤੁਸੀਂ ਕਿਹਦੇ ਤੋਂ ਫੰਡ ਲੈਂਦੇ ਹੋ, ਕਿਹਦੇ ਤੋਂ ਨਹੀਂ ਫੰਡ ਲੈਂਦੇ। ਪ੍ਰੋਬਲਮ ਉੱਥੇ ਆਉਂਦੀ ਹੈ ਜਿੱਥੇ ਤੁਸੀਂ ਮਖੌਟਾ ਪੰਥ ਦਾ ਪਾਉਂਦੇ ਹੋ। ਤੁਸੀਂ ਇਹ ਦੇਖੋ ਕਿ ਜਿਹੜਾ ਸੰਵਿਧਾਨ ਹੈ ਇਹਨਾਂ ਦਾ, ਸ਼੍ਰੋਮਣੀ ਅਕਾਲੀ ਦਲ ਦਾ, ਇਹ ਸੰਵਿਧਾਨ ਅੱਜ ਤੱਕ ਇਹਨਾਂ ਤੋਂ ਪੰਜਾਬੀ 'ਚ ਨਹੀਂ ਬਣਿਆ ਜੀ, ਤਾਂ ਕਿ ਸਮਝਣਾ ਆ ਜੇ ਕਿਸੇ ਨੂੰ। ਅੱਜ ਤੱਕ ਸੰਵਿਧਾਨ ਪੰਜਾਬੀ ਦੇ ਵਿੱਚ ਨਹੀਂ ਬਣਾਇਆ ਅਕਾਲੀ ਦਲ ਨੇ ਔਰ ਇਹ ਇੱਕ ਬਹੁਤ ਵੱਡਾ ਕੁਐਸਚਨ ਆ ਅਕਾਲੀ ਦਲ ਤੇ, ਜਿਹੜਾ ਆਪਣੇ ਆਪ ਨੂੰ ਪੰਜਾਬ ਦੀ ਪਾਰਟੀ ਦੱਸਦਾ, ਪੰਜਾਬੀ ਮਾਂ ਬੋਲੀ ਦੇ ਰੱਖਿਅਕ ਦੱਸਦੇ ਆ, ਜਿਹੜੇ ਆਪਣੇ ਆਪ ਨੂੰ ਪੰਥ ਦੇ ਰੱਖਿਅਕ ਦੱਸਦੇ ਆ। ਬਾਈ ਜੀ, ਜਦੋਂ ਤਾਂ ਇਹਨਾਂ ਦੀ ਸਰਕਾਰ ਸੱਤਾ ਦੇ ਵਿੱਚ ਹੁੰਦੀ ਆ ਜੀ, ਉਦੋਂ ਤਾਂ ਨੋ ਮਾਸਟਰ ਰਿਸ਼ਤਾ ਵੀ ਹੋ ਜਾਂਦਾ ਜੀ। ਉਦੋਂ ਹਰ ਸਾਡੇ ਅਦਾਰੇ ਦੇ ਵਿੱਚ ਮੈਂ ਸਮਝਦਾ ਕਿ RSS ਦੀ ਘੁਸਪੈਠ ਕਰਾਈ ਹੋਈ ਹੈ, ਪਰ ਜਦੋਂ ਬਾਹਰ ਹੁੰਦੇ ਆ ਉਸੇ ਟਾਈਮ ਪੰਥ ਖਤਰੇ 'ਚ ਆ। ਜੀ ਦੇਖੋ, ਅਕਾਲੀ ਦਲ ਤੇ ਸ਼ਰਾਬ ਕਾਰੋਬਾਰੀਆਂ ਨੂੰ ਟਿਕਟਾਂ ਵੀ ਦਿੰਦਾ ਰਿਹਾ, ਉਹਨਾਂ ਨੂੰ MLA ਵੀ ਬਣਾਉਂਦਾ ਰਿਹਾ ਤੇ ਹੁਣ ਵੀ ਅੱਗੇ ਨੂੰ ਵੀ ਦੇਣਗੇ ਉਹ। ਇਸੇ ਗੱਲ ਦਾ ਤਾਂ ਅਸੀਂ ਵਿਰੋਧ ਕਰ ਰਹੇ ਹਾਂ ਨਾ, ਇਸੇ ਗੱਲ ਨੂੰ ਤਾਂ ਅਸੀਂ ਜਥੇਦਾਰ ਸਾਹਿਬ ਕੋਲ ਲੈ ਕੇ ਜਾਂਦੇ ਹਾਂ, ਕਿਉਂਕਿ ਜਥੇਦਾਰ ਸਾਹਿਬ ਤੇ ਇੱਕ ਟੈਗ ਲੱਗਦਾ। ਲੋਕ ਕਹਿੰਦੇ ਆ ਕਿ ਜਥੇਦਾਰ ਸਾਹਿਬ ਜਿਹੜੇ ਹੈਗੇ ਆ ਉਹ ਅਕਾਲੀ ਦਲ ਦੇ ਪ੍ਰਧਾਨ ਦੀ ਜੇਬ ਦੇ ਵਿੱਚੋਂ ਨਿਕਲਦੇ ਆ। ਅੱਜ ਜਥੇਦਾਰ ਸਾਹਿਬ ਨੂੰ ਇਹ ਸਬੂਤ, ਇਹ ਲੋਕਾਂ ਨੂੰ ਦੱਸਣ ਦਾ ਮੌਕਾ ਹੈ। ਉਹਨਾਂ ਦੇ ਕੋਲ ਇੱਕ ਮੈਂ ਸਮਝਦਾ ਕਿ ਬਹਾਦਰੀ ਵਾਲਾ ਕਦਮ ਚੱਕਣ, ਉਹ ਇਹਨਾਂ ਗੱਲਾਂ ਨੂੰ ਲੈ ਕੇ ਇਹਨਾਂ ਨੂੰ ਪੰਥ ਦੇ ਵਿੱਚੋਂ ਛੇਕਣ, ਤਾਂ ਕਿ ਜਿਹੜੇ ਲੋਕ ਗੱਲਾਂ ਕਰਦੇ ਆ ਕਿ ਜਥੇਦਾਰ ਸਾਹਿਬ ਸੁਖਬੀਰ ਬਾਦਲ ਦੀ ਜੇਬ ਚੋਂ ਨਿਕਲਦੇ ਆ ਤੇ ਉਹਨਾਂ ਦੇ ਮੂੰਹ ਬੰਦ ਕਰਾਏ ਜਾ ਸਕਦੇ ਆ। ਤੁਹਾਨੂੰ ਲੱਗਦਾ ਹੈ ਕਿ ਜਥੇਦਾਰ ਅਕਾਲ ਤਖਤ ਕਾਰਜਕਾਰੀ ਜਥੇਦਾਰ ਨੇ, ਭਾਵੇਂ ਉਹ ਲੱਗਦਾ ਹੈ ਕਿ ਤੁਹਾਡੀ ਇਸ ਗੱਲ ਦੇ ਉੱਤੇ ਗੌਰ ਫਰਮਾਣਗੇ? ਉਹ ਹੈਸੀਅਤ ਰੱਖਦੇ ਨੇ ਗੌਰ ਫਰਮਾਣ ਦੀ? ਮੈਂ ਮਾਫੀ ਸ਼ਾਇਦ ਸ਼ਬਦ ਵਰਤ ਰਿਹਾ। ਦੇਖੋ, ਅਸੀਂ ਹਰ ਰੋਜ਼ ਜਦੋਂ ਅਰਦਾਸ ਕਰਦੇ ਆ ਇਹ ਗੱਲ ਕਹਿੰਦੇ ਆ ਕਿ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਬਿਲਕੁਲ, ਅਕਾਲ ਤਖਤ ਸਿੱਖਾਂ ਲਈ ਸਰਮੌਰ ਹੈ। ਅੱਜ ਭਾਵੇਂ ਅਕਾਲ ਤਖਤ ਦੇ ਉੱਤੇ ਕਾਬਜ਼ ਜਿਹੜੀ ਧਿਰ ਹੈ, ਚਾਹੇ ਪਹਿਲਾਂ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਮਹੰਤ ਰਹੇ ਸੀ, ਤੇ ਅੱਜ ਵੀ ਇਹ ਮਹੰਤਾਂ ਦਾ ਦੂਸਰਾ ਰੂਪ ਹੈ ਅਕਾਲੀ ਦਲ ਬਾਦਲ ਐਂਡ ਪਾਰਟੀ। ਅੱਜ ਜਥੇਦਾਰ ਸਾਹਿਬ ਨੂੰ ਅਸੀਂ ਇਸੇ ਪਰਖਣ ਦੇ ਲਈ ਇਹ ਲੈਟਰ ਭੇਜੀ ਆ ਕਿ ਜਥੇਦਾਰ ਸਾਹਿਬ ਦੇਖਦੇ ਆ ਕਿ ਉਹ ਵਾਕਿਆ ਹੀ ਜੇਬ ਦੇ ਵਿੱਚੋਂ ਨਿਕਲੇ ਹੋਏ ਆ ਜਾਂ ਉਹ ਪੰਥ ਦੀ, ਆਮ ਸਿੱਖਾਂ ਦੀ ਉਹ ਨੁਮਾਇੰਦਗੀ ਕਰਦੇ ਆ। ਅੱਜ ਇਹੀ ਤਾਂ ਪਰਖਣ ਦਾ ਸਮਾਂ ਜੀ। ਗਿਆਸਪੁਰਾ ਸਾਹਿਬ, ਤੁਸੀਂ ਬੜੀ ਲੰਮੀ ਲੜਾਈ ਮੈਨੂੰ ਯਾਦ ਹੈ ਲੜੀ ਹੈ, ਹੋਂਦ ਚੀਲਣ ਜਿਹੜਾ ਕਾਂਡ ਹੋਇਆ ਸੀ 1984 ਚ ਸਿੱਖ ਨਸਲਕੁਸ਼ੀ ਦੇ ਵੇਲੇ, ਜਿਹੜਾ ਦਿੱਲੀ ਦੇ ਲੋਕਾਂ ਦੇ ਕੇਸ, ਹਾਲੇ ਇਨਸਾਫ ਤਾਂ ਕਿਸੇ ਨੂੰ ਨਹੀਂ ਖੈਰ ਮਿਲਿਆ ਹੈਗਾ ਇੱਕਾ ਦੁੱਕਾ ਕੇਸਾਂ ਤੋਂ ਇਲਾਵਾ, ਪਰ ਦਿੱਲੀ ਦੇ ਕੇਸ ਇੰਨੇ ਕੁ ਪ੍ਰੋਮੀਨੈਂਟਲੀ ਜਿਹੜਾ ਹੈਗਾ ਉਹ ਪੁੱਟ ਕੀਤੇ ਗਏ ਅਦਾਲਤਾਂ ਦੇ ਵਿੱਚ ਕਿ ਦੋਸ਼ੀ ਵੀ ਨਾਮਜ਼ਦ ਹੋ ਗਏ। ਪਰ ਹੋਂਦ ਚੀਲਣ ਕਾਂਡ ਜਿਹੜਾ ਹੈਗਾ ਹਰਿਆਣੇ ਦੇ ਕਿਸੇ ਮੇਰੇ ਖਿਆਲ 'ਚ ਨੁੱਕਰ 'ਚ ਪੈਂਦਾ ਏਰੀਆ ਇਹ, ਉੱਥੇ ਸਿੱਖ ਪਰਿਵਾਰ ਮਾਰ ਦਿੱਤੇ ਗਏ ਸੀਗੇ, ਉਹਨਾਂ ਦੀ ਆਵਾਜ਼ ਤੁਸੀਂ ਬਣੇ ਸੀ। ਉਹ ਤੁਸੀਂ, ਮੇਰਾ ਇਹ ਕਹਿਣ ਦਾ ਮਤਲਬ ਇਹ ਹੈ ਕਿ ਕੀ ਲੱਗਦਾ ਹੈ ਕਿ ਜੋ ਹੁਣ ਦਿੱਲੀ ਕਮੇਟੀ ਦੀਆਂ ਚੋਣਾਂ ਕਹਿ ਲਓ ਜਾਂ ਪੰਜਾਬ 'ਚ SGPC ਦੀਆਂ ਚੋਣਾਂ ਵੀ ਹੋਣਗੀਆਂ, ਤੁਸੀਂ ਆਮ ਆਦਮੀ ਪਾਰਟੀ ਦੇ ਹੁਣ ਵਿੱਚ ਸ਼ਾਮਲ ਹੋਏ ਹੋ, ਤਾਂ ਕਿ ਆਮ ਆਦਮੀ ਪਾਰਟੀ ਵੀ
ਅੱਗੇ ਵਾਸਤੇ ਕੋਈ ਇਸ ਤਰ੍ਹਾਂ ਦੀ ਸਿੱਧੇ ਤੌਰ ਤੇ ਜਾਂ ਅਸਿੱਧੇ ਤੌਰ ਦੇ ਉੱਤੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ 'ਚ ਪਾਰਟਿਸਿਪੇਸ਼ਨ ਚਾਹੇਗੀ? ਤੁਹਾਡੇ ਵਰਗੇ ਲੀਡਰ, ਪੰਥਕ ਦੀਖਾ ਵਾਲੇ ਲੀਡਰ, ਇੰਨੀ ਵੱਡੀ ਦੇਣ ਵਾਲੇ, ਪੰਥ ਨੂੰ ਦੇਣ ਵਾਲੇ, ਇੰਨੀ ਲੰਮੀ ਇਨਸਾਫ ਦੀ ਲੜਾਈ ਲੜਨ ਵਾਲੇ ਲੀਡਰ ਜਦੋਂ ਪਾਰਟੀ ਨੂੰ ਮਿਲੇ ਨੇ, ਦੇਖੋ ਜਿਹੜੀ ਹੋਂਦ ਚਿੱਲੜ ਦੀ ਲੜਾਈ ਮੈਂ ਦੱਸਾਂ ਕਿ 2011 ਦੇ ਵਿੱਚ ਉਹ ਕਾਂਡ ਸਾਹਮਣੇ ਆਇਆ ਸੀ ਜਿੱਥੇ ਕਿ 32 ਸਿੱਖਾਂ ਨੂੰ ਜਿਹੜਾ ਹੈਗਾ ਜਿਉਂਦੇ ਸਾੜ ਕੇ ਅਧਸੜੀਆਂ ਲਾਸ਼ਾਂ ਨੂੰ ਖੂਹ ਦੇ ਵਿੱਚ ਸਿੱਟ ਦਿੱਤਾ ਸੀ 1984 ਦੇ ਵਿੱਚ। ਇਹ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ, ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਇਹ ਜਨਵਰੀ 2011 ਦੇ ਵਿੱਚ ਸਾਹਮਣੇ ਆਇਆ ਕਾਂਡ। ਤੇ ਇਸ ਤੋਂ ਇਲਾਵਾ ਗੜਗਾਉਂ ਦੇ ਵਿੱਚ 30 ਸਿੱਖਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ ਸੀ ਤੇ ਪਟੌਦੀ ਦੇ ਵਿੱਚ 17 ਸਿੱਖਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ ਸੀ। ਬੜੇ ਛੋਟੇ ਜਿਹੇ ਏਰੀਏ ਦੇ ਵਿੱਚ 79 ਸਿੱਖਾਂ ਨੂੰ ਜਿਹੜਾ ਹੈਗਾ ਜਿਉਂਦੇ ਸਾੜ ਕੇ ਤਕਰੀਬਨ 300 ਘਰਾਂ ਨੂੰ ਸਾੜ ਦਿੱਤਾ ਗਿਆ ਸੀ ਤੇ 70-80 ਫੈਕਟਰੀਆਂ ਨੂੰ ਅੱਗ ਲਾ ਦਿੱਤੀ ਗਈ ਸੀ। ਔਰ ਇਹਦੇ ਵਿੱਚ ਮੈਂ ਥੋੜ੍ਹਾ ਜਿਹਾ ਬਰੀਫ ਕਰਦੇ ਹਾਂ ਕਿ ਇਹ ਜਿਹੜਾ 2011 ਦੇ ਵਿੱਚ ਜਦੋਂ ਸਾਹਮਣੇ ਆਇਆ ਉਦੋਂ ਮੈਨੂੰ ਨੌਕਰੀ ਤੋਂ ਵੀ ਕੱਢਿਆ ਤੇ ਫਿਰ ਇੱਕ ਕਮਿਸ਼ਨ ਬਣਿਆ ਜਸਟਿਸ ਟੀਪੀ ਗਰਗ ਕਮਿਸ਼ਨ। ਔਰ ਜਸਟਿਸ ਟੀਪੀ ਗਰਗ ਕਮਿਸ਼ਨ ਦਾ ਜਿਹੜਾ ਹੈੱਡਕੁਆਟਰ ਸੀ ਹਿਸਾਰ 'ਚ ਬਣਿਆ। ਅਸੀਂ ਕੱਲੇ ਪੀੜਤ ਨੂੰ ਉਹਨਾਂ ਕੋਲ ਲੈ ਕੇ ਗਏ ਔਰ ਉਹਨਾਂ ਕੋਲ ਹੋਂਦ ਚਿੱਲੜ ਦੀਆਂ ਦੇ ਨਾਲ ਸੰਬੰਧਿਤ ਜਿਹੜੀਆਂ ਹੈਗੀਆਂ ਸੀ 145 ਪਟੀਸ਼ਨਾਂ ਅਤੇ ਗੜਗਾਉਂ ਪਟੌਦੀ ਦੇ ਨਾਲ ਸੰਬੰਧਿਤ 350 ਜਿਹੜੀਆਂ ਹੈਗੀਆਂ ਪਟੀਸ਼ਨਾਂ ਅਸੀਂ ਪਾ ਕੇ ਕਮਿਸ਼ਨ ਦੇ ਸਨਮੁਖ ਰੱਖੀਆਂ ਤੇ ਕਮਿਸ਼ਨ ਨੇ ਉਹਨਾਂ ਦੋਨਾਂ ਜਗ੍ਹਾ ਦੇ ਲਈ 22 ਕਰੋੜ 60 ਲੱਖ ਰੁਪਏ ਦੀ ਇੱਕ ਰਾਸ਼ੀ ਜਿਹੜੀ ਸੀ 2016 ਦੇ ਵਿੱਚ ਉਹਨਾਂ ਪਰਿਵਾਰਾਂ ਨੂੰ ਦਿੱਤੀ। ਇਹ ਤੋਂ ਇਲਾਵਾ ਕਮਿਸ਼ਨ ਨੇ ਜਿਹੜਾ ਹੈਗਾ ਹੋਂਦ ਚਿੱਲੜ ਦੇ ਵਿੱਚ 4 ਅਫਸਰਾਂ ਨੂੰ ਦੋਸ਼ੀ ਠਹਿਰਾਇਆ ਸੀ। ਐਸਪੀ ਸਤਿੰਦਰ ਕੁਮਾਰ, ਡੀਐਸਪੀ ਰਾਮ ਭੱਜ, ਐਸਆਈ ਰਾਮ ਕਿਸ਼ੋਰ ਤੇ ਰਾਮ ਕੁਮਾਰ। 2016 ਤੋਂ ਲੈ ਕੇ 2017 ਤੱਕ ਅਸੀਂ ਹਰਿਆਣਾ ਗੌਰਮੈਂਟ ਤੱਕ ਪ੍ਰੈਜ਼ੈਂਟੇਸ਼ਨਾਂ ਦਿੰਦੇ ਰਹੇ ਪਰ ਸਰਕਾਰ ਨੇ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਫਿਰ ਅੱਕ ਕੇ ਦੁਬਾਰਾ ਫਿਰ ਕੋਰਟ ਦਾ ਸਹਾਰਾ ਲੈਣਾ ਪਿਆ ਤੇ 2017 ਦੇ ਵਿੱਚ 17337 ਇੱਕ ਰਿਟ ਪਟੀਸ਼ਨ ਪਾਈ ਇਹਨਾਂ 4 ਅਫਸਰਾਂ ਦੇ ਖਿਲਾਫ ਜਿਹੜੀ ਕਿ ਅੱਜ ਤੱਕ ਵਿਚਾਰ ਅਧੀਨ ਹੈ। ਅਸੀਂ ਉਹਨਾਂ ਅਫਸਰਾਂ ਦੇ ਖਿਲਾਫ ਅੱਜ ਵੀ ਲੜ ਰਹੇ ਹਾਂ ਤੇ ਉਹ ਲੜਦੇ ਰਹਾਂਗੇ। ਤੇ ਦੂਸਰੀ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਐਸਜੀਪੀਸੀ ਇਲੈਕਸ਼ਨ ਦੇ ਵਿੱਚ ਮੈਂ ਇਹਦੇ ਵਿੱਚ ਬਿਲਕੁਲ ਕਲੀਅਰ ਹਾਂ ਕਿ ਜਿਹੜੀ ਰਾਜਨੀਤਿਕ ਪਾਰਟੀ ਹੈ ਉਹ ਰਾਜਨੀਤਿਕ ਪਾਰਟੀ ਕਦੇ ਵੀ ਗੁਰਦੁਆਰਾ ਪ੍ਰਬੰਧਾਂ ਦੇ ਵਿੱਚ ਨਹੀਂ ਹੋਣੀ ਚਾਹੀਦੀ। ਚਾਹੇ ਉਹ ਜੇ ਪਾਰਟੀ ਰਾਜਨੀਤੀ ਦੇ ਵਿੱਚ ਹੈ ਤਾਂ ਉਹਨਾਂ ਨੂੰ ਗੁਰਦੁਆਰਾ ਪ੍ਰਬੰਧਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ। ਇਹਦਾ ਕਾਰਨ ਹੈ ਕਿਉਂਕਿ ਜੇ ਰਾਜਨੀਤਿਕ ਪਾਰਟੀ ਗੁਰਦੁਆਰਾ ਪ੍ਰਬੰਧਾਂ ਦੇ ਵਿੱਚ ਜਾਏਗੀ ਤਾਂ ਆਪਣੀਆਂ ਰੈਲੀਆਂ ਦੇ ਉੱਤੇ ਗੋਲਕ ਦੇ ਪੈਸੇ ਖਰਚੇ ਕਰੇਗੀ। ਉਹ ਆਪਣੇ ਪਰਸਨਲ ਜਿਹੜੀਆਂ ਹੈਗੀਆਂ ਕੰਮਾਂ ਦੇ ਵਿੱਚ ਪਾਰਟੀ ਦੇ ਵਿੱਚ ਫੰਡਾਂ ਦੇ ਵਿੱਚ 10-10 ਰੁਪਈਏ ਜਿਹੜੇ ਅਸੀਂ ਗੋਲਕ ਦੇ ਵਿੱਚ ਪਾਉਂਦੇ ਹਾਂ ਉਹਦੇ ਵਿੱਚੋਂ ਖਰਚ ਕੇ ਆਪਣੇ ਪਾਰਟੀ ਦੇ ਪ੍ਰਚਾਰ ਲਈ ਕਰੇਗੀ, ਪਾਰਟੀ ਦੇ ਸ਼ਮਿਆਨੇ ਲਈ ਕਰੇਗੀ, ਪਾਰਟੀ ਦੇ ਹੋਰ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਆ। ਉਹ ਗੁਰੂ ਦੀ ਗੋਲਕ ਦਾ ਜਿਹੜਾ ਹੈਗਾ ਦੁਰਵਰਤੋਂ ਨੂੰ ਰੋਕ ਨਹੀਂ ਸਕਦੇ। ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਦਿਨੀ ਬਾਦਲ ਸਾਹਿਬ ਦੀ ਧਰਮ ਸੁਪਤਨੀ ਦੀ ਮੌਤ ਹੋਈ ਤੇ ਉਹਨਾਂ ਦੇ ਹੀ ਭਤੀਜੇ ਉਹਨਾਂ ਨੇ ਆਰੋਪ ਲਾਏ ਕਿ ਗੁਰਦੁਆਰੇ ਦੇ ਘਰ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਰਾਸ਼ਨ ਵੀ ਆਇਆ, ਸ਼ਮਿਆਨਾ ਵੀ ਆਇਆ, ਸਾਰਾ ਕੁਝ ਜਿਹੜਾ ਹੈਗਾ ਖਰਚਾ ਗੁਰੂ ਦੀ ਗੋਲਕ ਦੇ ਵਿੱਚੋਂ ਕੀਤਾ। ਇੱਦਾਂ ਦੇ ਜਿਹੜੇ ਹੈਗੇ ਆ ਇਹ ਕੰਮ ਹੁੰਦੇ ਰਹਿਣਗੇ ਜੇ ਰਾਜਨੀਤਿਕ ਪਾਰਟੀਆਂ ਗੁਰਦੁਆਰਾ ਪ੍ਰਬੰਧਾਂ ਦੇ ਵਿੱਚ ਆਉਣਗੀਆਂ। ਇਸ ਲਈ ਆਮ ਆਦਮੀ ਪਾਰਟੀ ਜੇ ਗੁਰਦੁਆਰਾ ਪ੍ਰਬੰਧਾਂ ਦੇ ਵਿੱਚ ਸਿੱਧੇ ਤੌਰ ਤੇ ਆਏਗੀ ਮੈਂ ਇਸ ਗੱਲ ਦਾ ਆਪਣੇ ਤੌਰ ਤੇ ਤੁਹਾਡੇ ਇਸ ਚੈਨਲ ਜਰੀਏ ਕਹਿਣਾ ਚਾਹਾਂਗਾ ਕਿ ਮੈਂ ਵਿਰੋਧ ਕਰਾਂਗਾ। ਇਸੇ ਤਰੀਕੇ ਦੇ ਨਾਲ ਮੈਂ ਚਾਹਾਂਗਾ ਕਿ ਅਕਾਲੀ ਦਲ ਬਾਦਲ ਵੀ ਜਿਹੜਾ ਹੈਗਾ ਉਹਨੂੰ ਵੀ ਗੁਰਦੁਆਰਾ ਪ੍ਰਬੰਧਾਂ ਤੋਂ ਲਾਂਭੇ ਹੋ ਕੇ ਗੁਰਦੁਆਰਾ ਜਿਹੜਾ ਹੈਗਾ ਉਹ ਨਿਰੋਲ ਸਿੱਖਾਂ ਦੇ ਜਿਹੜੀ ਹੈਗੀ ਇੱਕ ਧਾਰਮਿਕ ਪਾਰਟੀ ਉਹਨਾਂ ਦੇ ਹੱਥਾਂ ਦੇ ਵਿੱਚ ਪ੍ਰਬੰਧ ਦੇਣਾ ਚਾਹੀਦਾ ਤਾਂ ਕਿ ਗੁਰੂ ਦੀ ਗੋਲਕ ਦੀ ਦੁਰਵਰਤੋਂ ਨਾ ਹੋਵੇ। ਸਹੀ ਤਰੀਕੇ ਦੇ ਨਾਲ ਸਹੀ ਲੋਕਾਂ ਦੇ ਹੱਥਾਂ ਤੱਕ ਉਹ ਜਿਹੜਾ ਹੈਗਾ ਫੰਡ ਪਹੁੰਚੇ। ਤੁਹਾਨੂੰ ਅਸੀਂ ਦੱਸਦੇ ਹਾਂ ਕਿ 2011 ਤੋਂ ਲੈ ਕੇ 2021 ਆ ਗਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਸਿੱਖਾਂ ਦੇ ਲਈ, ਉਹਨਾਂ ਪੀੜਤਾਂ ਦੇ ਲਈ ਸਾਡੀ ਅੱਜ ਤੱਕ ਕੋਈ ਵੀ ਹੈਲਪ ਨਹੀਂ ਕੀਤੀ। ਤੁਸੀਂ ਦੇਖੋ ਕਿ ਜਦੋਂ ਉੱਥੇ ਅਸੀਂ ਅਖੰਡ ਪਾਠ ਸਾਹਿਬ ਰਖਾਇਆ ਸੀ ਹੋਂਦ ਚਿੱਲੜ ਦੇ ਵਿੱਚ, ਅੱਜ ਗੱਲ ਮੇਰੇ ਯਾਦ ਆ ਗਈ ਕਿਉਂਕਿ ਤੁਸੀਂ ਗੱਲ ਕੀਤੀ ਆ, ਤੇ ਉਹਨਾਂ ਨੇ ਉੱਥੇ ਇੱਕ ਜਥੇਦਾਰ ਸਾਹਿਬ ਅਕਾਲ ਤਖਤ ਦੇ ਜਥੇਦਾਰ ਉਦੋਂ ਗਿਆਨੀ ਗੁਰਬਚਨ ਸਿੰਘ ਜੀ ਸੀ, ਉਹਨਾਂ ਨੇ ਉੱਥੇ ਇੱਕ ਨੀਂਹ ਪੱਥਰ ਰੱਖਿਆ ਸੀ ਕਿ ਇੱਥੇ ਅਸੀਂ ਯਾਦਗਾਰ ਬਣਾਵਾਂਗੇ ਸਿੰਘ ਸ਼ਹੀਦਾਂ ਦੀ। ਪਰ ਅੱਜ ਬਾਈ ਜੀ 11 ਸਾਲ ਹੋ ਗਏ ਉਸ ਗੱਲ ਨੂੰ, ਕੋਈ ਯਾਦਗਾਰ ਨਹੀਂ ਬਣੀ, ਇੱਕ ਇੱਟ ਨਹੀਂ ਬਣੀ। ਉਹ ਜਿਹੜਾ ਪੱਥਰ ਆ ਉਸ ਦੇ ਉੱਤੇ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਕੁੱਤੇ ਮੂਤਦੇ ਆ। ਜੀ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਸਾਡੇ ਨਾਲ ਬਣੇ ਹੋਏ ਸਨ ਜੋ ਕਿ ਆਮ ਆਦਮੀ ਪਾਰਟੀ 'ਚ ਨੇ ਅੱਜ ਕੱਲ੍ਹ। ਪਰ ਅੱਜ ਦਾ ਮਜਬੂਨ ਜੋ ਇਸ ਗੱਲਬਾਤ ਦਾ ਰਿਹਾ ਹੈ ਉਹ ਰਿਹਾ ਹੈ ਕਿ ਅਕਾਲੀ ਦਲ ਨੂੰ ਪੰਥਕ ਜੋ ਕਾਰਡ ਹੈ ਉਹ ਵਾਰ-ਵਾਰ ਖੇਲਣ ਦਾ
ਜੋ ਆਦੀ ਹੋ ਚੁੱਕਾ ਅਕਾਲੀ ਦਲ, ਹੁਣ ਉਸ ਨੂੰ ਇਹ ਕਾਰਡ ਪੁੱਠਾ ਪੈਣ ਲੱਗ ਗਿਆ। ਮੰਨਿਆ ਕਿ 2007 ਦੀ ਇਲੈਕਸ਼ਨ ਜਿਹੜੀ ਹੈ ਬੇਅੰਤ ਸਿੰਘ ਸਰਕਾਰ ਤੋਂ ਬਾਅਦ, ਜਦੋਂ ਅਕਾਲੀ ਦਲ ਦੀ ਆਈ ਸੀ, ਪ੍ਰਕਾਸ਼ ਸਿੰਘ ਬਾਦਲ ਤੀਜੀ ਵਾਰ ਮੁੱਖ ਮੰਤਰੀ ਪੰਜਾਬ ਦੇ ਬਣੇ ਸਨ, ਤਾਂ ਉਦੋਂ ਜ਼ਰੂਰ ਇਹ ਕਾਰਡ ਉਹਨਾਂ ਦੇ ਕੰਮ ਆਇਆ ਸੀ। ਖਾਸ ਕਰ ਬੇਕਸੂਰ ਸਿੱਖ ਨੌਜਵਾਨਾਂ ਨੂੰ ਇਨਸਾਫ ਦਿਵਾਉਣ ਦਾ ਜੋ ਵਾਅਦਾ ਕਰਕੇ ਬਾਦਲ ਸਾਹਿਬ ਸਰਕਾਰ ਲੈ ਕੇ ਆਏ ਸੀ। ਹਾਲਾਂਕਿ ਆਪਾਂ ਇੱਕ ਦੋ ਇੰਟਰਵਿਊ ਜਿਸ ਤੋਂ ਪਹਿਲਾਂ ਕੁਝ ਹੋਰ ਸੱਜਣਾਂ ਨਾਲ ਕੀਤੀਆਂ ਨੇ, ਐਡਵੋਕੇਟ ਸਰਬਜੀਤ ਸਿੰਘ ਵੇਰਕਾ ਉਹਨਾਂ ਨਾਲ ਕੀਤੀਆਂ ਨੇ, ਜਿਨ੍ਹਾਂ ਦੇ ਉੱਤੇ ਵੀ ਮੁੜ ਕੇ ਕੇਸ ਬਾਦਲ ਸਰਕਾਰ ਵੇਲੇ ਵੀ ਪਏ, ਉਸ ਤੋਂ ਵੀ ਅਕਾਲੀ ਦਲ ਮੁੜ ਕੇ ਫਿਰ ਗਿਆ। ਪਰ ਹੁਣ ਅਕਾਲੀ ਦਲ ਨੂੰ ਚਕੰਨਾ ਹੋਣ ਦੀ ਵੀ ਲੋੜ ਹੈ ਤੇ ਬੜਾ ਹੁਣ ਸੋਚ ਸਮਝ ਕੇ ਦੇਖਣ ਦੀ ਲੋੜ ਹੈ ਕਿ ਉਹ ਪੰਥਕ ਕਾਰਡ ਜਿਹੜਾ ਹੈਗਾ, ਹੁਣ ਉਹ ਸਮਾਂ ਨਹੀਂ ਰਿਹਾ ਜਦੋਂ ਚੀਜ਼ਾਂ ਪਰਦੇ ਪਿੱਛੇ ਰਹਿ ਜਾਂਦੀਆਂ ਸੀ। ਹੁਣ ਜ਼ਮਾਨਾ ਹੋਰ ਹੈ, ਹੁਣ ਇਹ ਪੰਥਕ ਕਾਰਡ ਹੀ ਅਕਾਲੀ ਦਲ ਨੂੰ ਮਹਿੰਗਾ ਪੈਣ ਲੱਗ ਗਿਆ, ਜਿਹਦਾ ਸਿੱਧੀ ਮਿਸਾਲ ਹੈ ਕਿ ਪਿਛਲੀ ਵਾਰ ਦਾ ਰਿਜਾਈਮ ਜਿਹੜਾ ਅਕਾਲੀ ਦਲ ਦਾ ਉਹ ਬਰਗਾੜੀ ਤੇ ਬਹਿਬਲ ਕਲਾਂ ਦੀ ਭੇਂਟ ਚੜਿਆ। ਪੰਥਕ ਕਾਰਡ ਜਿੰਨੀ ਵਾਰ ਅਕਾਲੀ ਦਲ ਨੇ ਹੁਣ ਖੇਡਣ ਦੀ ਕੋਸ਼ਿਸ਼ ਕੀਤੀ ਹੈ ਉਹ ਮਹਿੰਗਾ ਪੈਂਦਾ ਹੈ। ਖਾਸ ਕਰ ਹੁਣ ਵੀ ਇਹ 35-40 ਲੱਖ ਰੁਪਏ ਦਾ ਚੋਣ ਫੰਡ ਹੈ ਜਿਹੜਾ ਇੰਡੀਅਨ ਟੋਬੈਕੋ ਕੰਪਨੀ ਤੇ ਰਾਜਸਥਾਨ ਲੀਕਰਸ ਤੋਂ ਜਿਹੜਾ ਲਿੱਤਾ ਹੈ ਇਹਨਾਂ ਨੇ, ਇਸ ਤੋਂ ਬਿਨਾਂ ਵੀ ਸਰ ਸਕਦਾ ਸੀ। ਪਰ ਅਕਾਲੀ ਦਲ ਹੋ ਸਕਦਾ ਹੈ ਕਿ ਹਾਲੇ ਵੀ ਉਸਨੇ ਬੀਤੇ ਤੋਂ ਸਬਕ ਨਹੀਂ ਸਿੱਖਿਆ। ਆਪਾਂ ਕੋਈ ਅਕਾਲੀ ਦਲ ਨੂੰ ਸਲਾਹ ਨਹੀਂ ਦੇ ਰਹੇ ਹਾਂ, ਪਰ ਅਸੀਂ ਵਿਸ਼ਲੇਸ਼ਣ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਇੱਕ ਸਿਆਸੀ ਪਾਰਟੀ ਜਿਹੜੀ ਹੈ ਉਹ ਇਸ ਤਰ੍ਹਾਂ ਦੀਆਂ ਕੁਤਾਹੀਆਂ ਕਰਨ ਤੋਂ ਹਾਲੇ ਵੀ ਬਾਜ਼ ਨਹੀਂ ਆ ਰਹੀ। ਆਪਣੇ ਆਪ ਨੂੰ ਹਾਲੇ ਵੀ ਉਹ ਪੰਥਕ ਕਹਾਣ ਦੀ ਜਿਹੜੀ ਜਿੱਦ ਤੇ ਅੜੀ ਹੋਈ ਹੈ, ਜਦ ਕਿ ਦਿੱਲੀ ਦੀ ਅਦਾਲਤ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਆਪਾਂ ਕਿਸੇ ਦਿਨ ਬਲਵੰਤ ਸਿੰਘ ਖੇੜਾ ਉਹਨਾਂ ਨੂੰ ਵੀ ਆਪਣੇ ਸਟੂਡੀਓ 'ਚ ਬੁਲਾਵਾਂਗੇ ਤੇ ਉਹ ਕੇਸ ਬਾਰੇ ਵੀ ਜਾਣਾਂਗੇ, ਜਿੱਥੇ ਅਕਾਲੀ ਦਲ ਦੇ 2 ਵਿਧਾਨਾਂ ਦਾ ਮਾਮਲਾ ਜਿਹੜਾ ਹੈਗਾ ਉੱਥੇ ਬੜੀ ਇੱਕ ਫੈਸਲਾਕੁਨ ਸਥਿਤੀ 'ਚ ਪਹੁੰਚਿਆ ਹੋਇਆ, ਕਿਉਂਕਿ ਕੋਵਿਡ ਕਰਕੇ ਜਿਹੜੀ ਹੈਗੀ ਆ ਵਰਚੁਅਲ ਹੀਅਰਿੰਗ ਹੋ ਰਹੀਆਂ ਸੀਗੀਆਂ। ਹੁਣ ਦੁਬਾਰਾ ਮੈਨੂੰ ਪਤਾ ਲੱਗ ਰਿਹਾ ਕਿ ਉਸ ਕੇਸ ਦੀ ਜਿਹੜੀ ਸੁਣਵਾਈ ਹੋਣ ਜਾ ਰਹੀ ਹੈ। ਖੈਰ, ਕੁੱਲ ਮਿਲਾ ਕੇ ਹੁਣ ਕੋਈ ਵੀ ਜਿਹੜਾ ਹੈਗਾ ਧਰਮ ਦੀ ਰਾਜਨੀਤੀ ਜਿਹੜੀ ਕਰੇਗਾ ਬੰਦਾ, ਉਹ ਜਿਹੜਾ ਮੈਨੂੰ ਲੱਗਦਾ ਹੁਣ ਦਾ ਜੋ ਸੂਝਵਾਨ ਵੋਟਰ ਹੈ ਉਸ ਨੂੰ ਬਖਸ਼ੇਗਾ ਨਹੀਂ। ਬਹੁਤ ਸ਼ੁਕਰੀਆ ਗਿਆਸਪੁਰਾ ਸਾਹਿਬ ਸਾਡੇ ਨਾਲ ਸਮਾਂ ਰੱਖਣ ਵਾਸਤੇ ਤੇ ਆਪਣੇ ਦਸਤਾਵੇਜ਼ ਸਾਡੇ ਨਾਲ ਸਾਂਝੇ ਕਰਨ ਵਾਸਤੇ। ਬਹੁਤ ਸ਼ੁਕਰੀਆ ਜੀ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ।